मैं भी एक आज़ाद देश ਦੇ ਵਿੱਚ ਰਹਿਣਾ जी। ਉਹ ਮੇਰਾ ਜੀ ਆਪਦਾ ਨਿੱਜੀ ਫੈਸਲਾ ਸੀਗਾ ਜੀ। ਮੈਨੂੰ ਪਾਰਟੀ ਵਧੀਆ ਲੱਗੀ ਜੀ, ਮੈਂ ਉੱਧਰ ਚਲੇ ਗਿਆ ਸਰ। ਤੇ ਬਾਕੀ ਸਰ ਮੇਰੇ ਨਾਲ ਵਿਤਕਰਾ ਹੋ ਰਿਹਾ ਸੀਗਾ ਜੀ ਪਿੰਡ ਦੇ ਵਿੱਚ। ਐਸੀ ਹੋਣ ਦੇ ਨਾਤੇ ਮੈਨੂੰ ਦਬਾਇਆ ਜਾ ਰਿਹਾ ਸੀਗਾ ਜੀ। ਤੇ ਮੇਰੀ ਕੋਈ ਸੁਣਵਾਈ ਨਹੀਂ ਸੀ ਹੁੰਦੀ ਜੀ। ਜਦੋਂ ਮੈਂ ਤੰਗ ਪਰੇਸ਼ਾਨ ਹੋ ਕੇ ਜੀ ਇੱਧਰ ਆ ਗਿਆ ਜੀ। ਪਾਰਟੀ ਨੇ ਮੈਨੂੰ ਬਣਦਾ ਇੱਜ਼ਤ ਮਾਨ ਦਿੱਤਾ ਜੀ। ਮੈਂ ਇੱਧਰ ਇਸ ਕਰਕੇ ਸਰ ਮੈਨੂੰ ਇੱਧਰ ਆ ਕੇ ਬੜੀ ਖੁਸ਼ੀ। ਦੇਖੋ ਸਰ ਉੱਥੇ ਸਾਡੀ ਸੀਨੀਅਰ ਆਗੂਆਂ ਨਾਲ ਗੱਲ ਹੋਈ ਸੀਗੀ ਜਦੋਂ ਪਾਰਟੀ ਦੇ ਵਿੱਚ ਸਾਨੂੰ ਜਸਵਿੰਦਰ ਸੈਂਟੀ ਜੀ ਪ੍ਰਧਾਨ ਨੇ ਸਾਡੇ, ਇਹਨਾਂ ਨੇ ਹੀ ਸਾਨੂੰ ਉੱਥੇ ਜੁਆਇਨ ਕਰਾਇਆ। ਉੱਥੇ ਜੀ ਗੱਲਬਾਤ ਇਹ ਵੀ ਚੱਲੀ ਸੀਗੀ। ਅਸੀਂ ਉਹਨਾਂ ਨੂੰ ਪੁੱਛਿਆ ਜੀ ਵੀ ਪਾਰਟੀ ਦੀ ਸਾਨੂੰ ਕੀ ਦੇਣ ਰਹੂਗੀ ਸਾਡੇ ਕਿਸਾਨਾਂ ਦੇ ਲਈ। ਉਹਨਾਂ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਵੀ ਜਲਦੀ ਹੀ ਕੋਈ ਇਸ ਮਸਲੇ ਦਾ ਹੱਲ ਕੱਢਿਆ ਜਾਊਗਾ ਜੀ। ਤੇ ਬਾਕੀ ਉਹਨਾਂ ਨੇ ਸਾਡੇ ਐਸੀ ਸਮਾਜ ਦੇ ਲਈ ਵੀ ਕਾਫੀ ਉਹਨਾਂ ਨੇ ਸਹੂਲਤਾਂ ਦੇ ਬਾਰੇ ਸਾਨੂੰ ਕਿਹਾ ਸੀ ਵੀ ਸਾਨੂੰ ਮੁਹੱਈਆ ਕਰਵਾਵਾਂਗੇ। ਸਰ ਇਹਦੇ ਬਾਰੇ ਵੀ ਅਸੀਂ ਗੱਲ ਕੀਤੀ, ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਜੀ। ਉਹਨਾਂ ਨੇ ਸਾਨੂੰ ਇਹ ਚੀਜ਼ ਦਾ ਭਰੋਸਾ ਦਵਾਇਆ ਸੀਗਾ ਸਰ ਵੀ ਇਹ ਚੀਜ਼ ਦਾ ਹੱਲ ਜਲਦੀ ਕੱਢਿਆ ਜਾਊਗਾ ਜੀ। ਨਹੀਂ ਸਰ ਕੋਈ ਵੀ ਰੁਪਿਆ ਪੈਸਾ ਕੋਈ ਲੈਤਾ ਬੰਦਾ ਸਾਬਤ ਕਰਦੇ ਜੀ। ਇਸ ਗੱਲ ਦੇ ਹੀ ਦੇਣਦਾਰ ਆ ਜੀ। ਲੋਕਾਂ ਦੀ ਜੁੱਤੀਆਂ ਮੇਰਾ ਸਿਰ ਹੋਊਗਾ ਜੀ ਜੇ ਕੋਈ ਬੰਦਾ ਇੱਕ ਵੀ ਸਾਬਤ ਕਰਦੇ ਵੀ ਕਿਸੇ ਤੋਂ ਪੈਸਾ ਰੁਪਿਆ ਲਿਆ। ਸਾਨੂੰ ਕਿਸੇ ਕਿਸਮ ਦਾ ਕੋਈ ਲਾਲਚ ਨਹੀਂ ਜੀ। ਦੇਖੋ ਸਰ ਤੁਹਾਡੇ ਵਿੱਚ ਗੱਲਾਂ ਆ ਰਹੀਆਂ ਸੀਗੀਆਂ ਜਦੋਂ ਮੈਂ ਪਾਰਟੀ ਦਾ ਸਰ ਮੈਂ ਜਵਾਨਕਾਰੀ ਲਈ ਜੀ। ਮੈਂ ਵੀ ਆਜ਼ਾਦ ਦੇਸ਼ ਦੇ ਵਿੱਚ ਰਹਿਣਾ, ਮੇਰਾ ਸੰਵਿਧਾਨਕ ਹੱਕ ਆ ਜੀ। ਤੇ ਮਾਫੀ ਮੈਂ ਕਿਸ ਗੱਲ ਦੀ ਮੰਗਾ ਸਰ? ਮੈਂ ਕਿਹੜਾ ਵੀ ਪਿੰਡ ਵਾਸੀਆਂ ਨੂੰ ਕੋਈ ਗਲਤ ਕਿਹਾ ਜਾਵਾਂ, ਕਿਸਾਨਾਂ ਬਾਰੇ ਕੋਈ ਗਲਤ ਟਿੱਪਣੀ ਕੀਤੀ ਹੈ ਜੀ। ਕਿਸਾਨਾਂ ਦੇ ਤਾਂ ਅਸੀਂ ਹਮਦਰਦ ਹਾਂ ਜੀ। ਮੈਂ ਕਿਸਾਨਾਂ ਨਾਲ ਧਰਨੇ ਤੇ ਵੀ ਜਾਂਦਾ ਰਿਹਾ ਸਰ, ਲੰਗਰ ਵੀ ਲਾਇਆ ਨੇ ਸਰ ਉੱਥੇ ਸਾਡੇ ਸਮਾਜ ਦੇ ਬੰਦਿਆਂ ਨੇ ਜੀ। ਉੱਥੇ ਉਹਨਾਂ ਨਾਲ ਵੀ ਅਸੀਂ ਜਾਂਦੇ ਰਹੇ ਸਰ। ਕਿਸਾਨਾਂ ਨਾਲ ਸਾਨੂੰ ਪੂਰੀ ਹਮਦਰਦੀ ਹੈ ਸਰ। ਵਿੱਚ ਸ਼ਰਾਰਤੀ ਅਨਸਰ ਪਿੰਡ ਦੇ ਵਿੱਚ ਬਹੁਤ ਹੁੰਦੇ ਨੇ ਜੀ। ਪੁਰਾਣੀਆਂ ਕੋਈ ਹੁੰਦੀਆਂ ਨੇ ਰੰਜਸਾਂ ਜੀ। ਅਗਲਾ ਮੌਕੇ ਦਾ ਫਾਇਦਾ ਉਠਾ ਜਾਂਦਾ ਵੀ ਹੁਣ ਰੌਲਾ ਚੱਲਦਾ ਜੀ। ਇਸ ਕਰਕੇ ਖਤਰਾ ਤਾਂ ਇਸ ਟਾਈਮ ਮੈਨੂੰ ਫੁੱਲ ਹੀ ਹੈ ਜੀ। ਇੱਕ ਸਰ ਪਿੰਡ ਦੇ ਵਿੱਚ ਹੁਣ ਕੀ ਕਹਿ ਸਕਦੇ ਸਰ, ਬਾਹਰੋਂ ਵੀ ਹੋ ਸਕਦਾ ਜੀ। ਤੁਹਾਨੂੰ ਪਤਾ ਕਿਸਾਨ ਜਥੇਬੰਦੀਆਂ ਦਾ ਕਿੰਨਾ ਸ਼ਰਾਰਤੀ ਅਨਸਰਾਂ ਦਾ ਚੱਲ ਰਿਹਾ ਸਰ। ਸਰ ਪ੍ਰੈਸ਼ਰ ਦਬਾਤਾ ਸਾਡੇ ਤੇ ਇਸ ਟਾਈਮ ਆਹੀ ਆ ਵੀ ਸਾਨੂੰ ਆ ਕੇ ਮਾਫੀ ਮੰਗੋ ਜੀ ਪਿੰਡ ਦੇ ਵਿੱਚੋਂ। ਮਾਫੀ ਮੈਂ ਕਿਸ ਗੱਲ ਦੀ ਮੰਗਾ ਸਰ? ਮੈਂ ਕੋਈ ਗਲਤ ਤਾਂ ਕਿਸੇ ਨੂੰ ਕਿਹਾ ਨਹੀਂ ਜੀ। ਮੇਰਾ ਸੰਵਿਧਾਨਕ ਹੱਕ ਆ, ਮੈਂ ਚਲੇ ਗਿਆ ਜੀ। ਦੇਖੋ ਜੀ ਕਿਸੇ ਨੂੰ ਵੀ ਮੈਂ ਆਜ਼ਾਦ ਦੇਸ਼ ਦੇ ਵਿੱਚ ਰਹਿਣਾ ਹੀ, ਪਾਰਟੀ ਛੱਡਣ ਦਾ ਤੇ ਪਾਰਟੀ ਜੁਆਇਨ ਕਰਦਾ ਇਹ ਆਪਣਾ ਆਪ ਦਾ ਹੱਕ ਆ ਸਰ। ਇਹ ਮੇਰਾ ਨਿੱਜੀ ਫੈਸਲਾ ਸੀਗਾ ਸਰ। ਸਰ ਪਾਰਟੀ ਦੇ ਕੰਮ ਵੀ ਮੈਨੂੰ ਚੰਗੇ ਲੱਗੇ ਤੇ ਉੱਥੇ ਜਾ ਕੇ ਸਾਡੇ ਸਮਾਜ ਨੂੰ ਇੱਜ਼ਤ ਮਾਣ ਵੀ ਮਿਲੀ ਜੀ। ਇਸ ਕਰਕੇ ਸਰ ਫਿਰ ਮੈਂ ਚਲੇ ਗਿਆ। ਪਿੰਡ ਦੇ ਲਈ ਹੀ ਗਿਆ ਸੀ ਸਰ। ਮੇਰੇ ਕੰਮ ਠੱਪ ਪਏ ਸੀਗੇ ਜੀ। ਪੰਜਾਬ ਦੇ ਵਿੱਚ ਤਾਂ ਇਹ ਕਹਿੰਦੇ ਖਜ਼ਾਨਾ ਖਾਲੀ ਹੈ ਸਰ। ਹੁਣ 14ਵਾਂ 15ਵਾਂ ਵਿੱਤ ਕਮਿਸ਼ਨ ਲਾ ਲਓ ਸਰ, ਕੌਣ ਦੇ ਰਿਹਾ ਗ੍ਰਾਂਟਾਂ? ਸੈਂਟਰ 'ਚੋਂ ਆ ਰਹੀਆਂ ਨਾ ਸਰ। ਇਸ ਕਰਕੇ ਮੈਂ ਚਲੇ ਗਿਆ ਜੀ। ਚਲੋ ਪਿੰਡ ਦਾ ਵੀ ਭਲਾ ਹੋ ਜਾਊਗਾ ਸਰ। ਤੇ ਬਾਕੀ ਹੋਰ ਮੈਨੂੰ ਕਿਸਾਨਾਂ ਨਾਲ ਸਰ, ਮੇਰੇ ਪਿੰਡ ਦੇ ਨਾਲ ਕੋਈ ਗਿਲਾ ਨਹੀਂ ਹੈਗਾ ਜੀ। ਜੋ ਵੀ ਉਹਨਾਂ ਨੇ ਗਾਲਾਂ ਗਲੋਚ ਮੇਰੇ ਨਾਲ ਕੀਤਾ, ਮੈਨੂੰ ਉਹਦੇ ਬਾਰੇ ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਨੀ। ਦੇਖੋ ਜਿਹੜਾ ਕਾਂਗਰਸ ਸੀਗਾ ਪਹਿਲਾਂ, ਢਿੱਲੋਂ ਸਾਹਿਬ ਨੂੰ 2 ਵਾਰੀ ਐਮਐਲਏ ਬਣਾਇਆ, ਉਹਨਾਂ ਨੇ ਨਾ ਕੋਈ ਕਦਰ ਕਰੀ। ਦੇਖ ਲਿਆ ਉਦੋਂ ਬਾਅਦ ਅਕਾਲੀ ਦਲ ਦੇ ਵਿੱਚ ਔਖੇ ਸਮੇਂ ਗਏ, ਜ਼ਿਲ੍ਹਾ ਵਿਧੀ ਚੋਣ ਵੀ ਲੜੀ, ਪਿੰਡੋਂ ਵੋਟਾਂ ਵੀ ਵਧਾਈਆਂ। ਸੁਰਿੰਦਰਪਾਲ ਸਿੰਘ ਇਲੈਕਸ਼ਨ ਲੜਿਆ। ਉਦੋਂ ਬਾਅਦ ਉਹਨਾਂ ਦਾ ਵੀ ਉਹੀ ਹਾਲ ਆ। ਆਪਦੇ ਨੂੰ ਰਿਸ਼ਤੇਦਾਰਾਂ ਨੂੰ, ਆਪਦੇ ਭੈਣ ਭਰਾਵਾਂ ਨੂੰ ਚੱਕਣ ਵਾਲੀ ਗੱਲ ਆ। ਵਰਕਰ ਦੀ ਤਾਂ ਪੁੱਛ ਦੱਸ ਇਹ ਨਹੀਂ। ਇਸ ਕਰਕੇ ਜਦੋਂ ਬਾਅਦ ਬੀਜੇਪੀ ਦੇ ਗੱਲ ਹੋਈ ਸੈਕਟਰੀ ਜੀ ਨਾਲ, ਸਾਡੇ ਪ੍ਰਧਾਨ ਜੀ ਨਾਲ, ਅਸੀਂ ਪੰਜਾਬ ਪ੍ਰਧਾਨ ਕੋਲ ਗਏ। ਇਹਨਾਂ ਦਾ ਮਿਲਣ ਵਰਤਣਾ, ਇਹਨਾਂ ਦੇ ਸਿਸਟਮ ਦੇਖ ਕੇ ਸਾਨੂੰ ਹੋਇਆ ਕਿ ਬੀਜੇਪੀ 'ਚ ਜਾਣਾ ਚਾਹੀਦਾ ਕਿ ਜਿਹੜਾ ਆਮ ਵਰਕਰ ਆ ਉਹਦੀ ਕਦਰ ਹੁੰਦੀ ਆ ਉੱਥੇ। ਦੇਖੋ ਗੱਲ ਹੈ ਕਿ ਜਿਹੜਾ ਮੇਰੇ ਪਿੰਡੋਂ ਵਿਰੋਧ ਹੋਇਆ ਉਹ ਕਿਸਾਨ ਨਹੀਂ ਸੀਗੇ, ਉਹ ਸ਼ਰਾਰਤੀ ਬੰਦੇ ਸੀ, ਕਾਂਗਰਸੀ ਬੰਦੇ ਆ, ਮੇਰੇ ਪਿੰਡ ਦੇ ਨੇ। ਉਹਨਾਂ ਨਾਲ ਮੇਰੀ ਆਏ ਵਾਰੀ ਇਲੈਕਸ਼ਨ 'ਚ ਲੜਾਈ ਹੁੰਦੀ ਆ, ਚਾਹੇ ਐਮਐਲਏ ਇਲੈਕਸ਼ਨ ਆ, ਸਰਪੰਚੀ ਇਲੈਕਸ਼ਨ ਆ, ਜ਼ਿਲ੍ਹਾ ਵਿਧੀ ਚੋਣ ਵੇਲੇ ਉਹ ਲੋਕ ਸੀ। ਉਹਨਾਂ ਨੇ ਬਾਹਰੋਂ ਕੁਛ ਬੰਦੇ ਸੱਦ ਲਏ, ਉਹ 'ਚ ਕਿਸਾਨਾਂ ਤਾਂ ਅਸੀਂ ਨਾਲ ਆ। ਕਿਸਾਨ ਤਾਂ ਸਾਨੂੰ ਅੱਜ ਵੀ ਜਿੱਥੇ ਸੱਦਣਗੇ ਉਹਨਾਂ ਦੇ ਨਾਲ ਖੜਾਂਗੇ। ਅਸੀਂ ਕਿਸਾਨਾਂ ਦੀ ਅਸੀਂ ਅੱਜ ਗੱਲ ਕਰਦੇ ਹਾਂ, ਪਾਰਟੀ ਕੋਲ ਵੀ ਗੱਲ ਕਰਦੇ ਹਾਂ, ਲੋਕਾਂ 'ਚ ਵੀ ਗੱਲ ਕਰਦੇ ਹਾਂ। ਇਹਦਾ ਭਰੋਸਾ ਵੀ ਮਿਲਿਆ, ਛੇਤੀ ਹੱਲ ਵੀ ਹੋ ਰਿਹਾ। ਕੁਛ ਜਿਹੜੇ ਲੋਕ ਨਾ ਕਿਸਾਨ ਯੂਨੀਅਨ ਦੇ ਆਗੂ ਨੇ, ਉਹ ਆਪਣੀਆਂ ਸਿਆਸੀ ਰੋਟੀਆਂ ਸੇਕਦੇ, ਉਹ ਵੀ ਨਹੀਂ ਕੁਛ ਕਰਨ ਦਿੰਦੇ ਕਿਉਂਕਿ ਬਾਹਰੋਂ ਵੀ ਫੰਡ ਆਉਂਦਾ, ਹੋਰ ਵੀ ਹੁੰਦਾ, ਬਹੁਤ ਗੱਲਾਂ ਨੇ 'ਚ। ਉਹ ਵੀ ਨਹੀਂ ਚਾਹੁੰਦੇ ਵੀ ਛੇਤੀ ਮਸਲਾ ਹੱਲ ਹੋਵੇ। ਸਰਕਾਰ ਤਾਂ ਚਾਹੁੰਦੀ ਹੈ ਵੀ ਅੱਜ ਵੀ ਹੱਲ ਹੋ ਜੇ। ਸਰਕਾਰ ਹਮੇਸ਼ਾ ਲੋਕਾਂ ਦਾ ਭਲਾ ਹੀ ਚਾਹੁੰਦੀ ਹੁੰਦੀ ਆ। ਸਰਕਾਰ ਨਹੀਂ ਚਾਹੁੰਦੀ ਵੀ ਲੋਕ ਉੱਥੇ ਬੈਠਣਾ। ਇਹਨਾਂ ਨੂੰ ਲੋਕ ਗਲਤ ਉਕਰੀ ਨੇ ਵੀ ਤੁਹਾਡੀਆਂ ਜ਼ਮੀਨਾਂ ਦੇ ਕਬਜ਼ਾ ਹੋ ਜੂ, ਐਂ ਹੋ ਜੂ। ਭੋਲੇ ਭਾਲੇ ਲੋਕ ਹੁੰਦੇ ਆ ਕਿਸਾਨ ਜਿਹੜੇ, ਕਿਉਂਕਿ ਜਿਹੜੇ ਲੋਕ ਉਹਨਾਂ ਦੇ ਵਿੱਚ ਬੜੇ ਆਗੂ ਬਣੇ ਫਿਰਦੇ ਆ, ਉਹ ਸਿਆਸੀ ਰੋਟੀਆਂ ਸੇਕੀ ਜਾਂਦੇ, ਉਹਨਾਂ ਦਾ ਦਾਣਾ ਪਾਣੀ ਮੁੱਕ ਜਾਣਾ। ਹੁਣ ਕੱਲ੍ਹ ਸੀ ਸਾਡੇ ਪਿੰਡ ਵੀ ਸੀ, ਇੱਕ ਸੰਨਾ ਦਾ ਸੀਗਾ ਵਿਚਾਰੇ, ਹੋਰ 1-2 ਉਹ ਆ ਕੇ ਉਹਨਾਂ ਦਾ ਕੰਮ ਖੜ ਜਾਣਾ। ਉਹਨਾਂ ਦਾ ਜੇ ਨਾ ਕੁਛ ਕਰਨਗੇ, ਇੱਕ ਦੂਜੇ ਨੂੰ ਨਿੰਦਣਗੇ ਨਾ। ਤੁਸੀਂ ਦੇਖੋ ਗੱਲ ਇੱਕ ਵੱਡੀ ਗੱਲ ਤਾਂ ਇਹ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਹੈ ਬੀਜੇਪੀ ਪਾਰਟੀ। ਅਮਨ ਸ਼ਾਂਤੀ ਚਾਹੁੰਦੀ ਆ। ਚਾਹੇ ਕਿਤੇ ਵੀ ਸਰਕਾਰ ਆ, ਹੁਣ ਯੂਪੀ 'ਚ ਸਾਡਾ ਪਰਿਵਾਰ ਰਹਿੰਦਾ ਸੀ, ਜਾਂਦੇ ਆਉਂਦੇ ਰਹਿੰਦੇ ਆ। ਉੱਥੇ ਯੋਗੀ ਨੇ ਬਹੁਤ ਵੱਡਾ ਸੁਧਾਰ ਕੀਤਾ ਗਾ। ਕੋਈ ਗੁੰਡਾਗਰਦੀ ਨਹੀਂ ਉੱਥੇ, ਕੋਈ ਟੂਲ ਟੈਕਸ ਅੱਗੇ ਜਿਵੇਂ ਪੁਲਿਸ ਵੀ ਲੁੱਟੀ ਜਾਂਦੀ ਸੀ,
ਸਾਰਾ ਕੰਮ ਬੰਦ ਹੋ ਗਿਆ। ਅਸੀਂ ਵੀ ਚਾਹੁੰਦੇ ਹਾਂ ਵੀ ਜੇ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣੇ, ਇੱਥੇ ਵੀ ਸ਼ਾਂਤੀ ਹੋਊਗੀ। ਔਰ ਇਸ ਗੱਲ ਦਾ ਵਿਸ਼ਵਾਸ ਵੀ ਹੈ ਸਾਨੂੰ, ਬੀਜੇਪੀ ਦੀ 2022 'ਚ ਜੇ ਸਰਕਾਰ ਬਣ ਜੇ, ਨਾ ਤਾਂ ਇੱਥੇ ਨਸ਼ਾ ਰਹਿਣਾ, ਨਾ ਇੱਥੇ ਗੁੰਡਾਗਰਦੀ ਰਹਿਣੀ ਆ, ਨਾ ਕਿਸੇ ਮਹਾਜਨ ਲੋਕਾਂ ਨਾਲ। ਦੇਖੋ ਇਹ ਜਿਹੜੇ ਕਿਸਾਨ ਦੇ ਵਿੱਚ ਲੋਕ ਬੜੇ ਹੋਏ ਨੇ, ਸ਼ਰਾਰਤੀ ਲੋਕ, ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਜਿਵੇਂ ਪਹਿਲਾਂ ਇਹਨਾਂ ਨੇ 1992 ਦੇ ਵਿੱਚ ਲੋਕਾਂ ਨੂੰ, ਮਹਾਜਨਾਂ ਨੂੰ, ਸ਼ਰੀਫ ਬੰਦਿਆਂ ਨੂੰ ਲੁੱਟਿਆ ਗਿਆ, ਕਿਉਂ? ਇਹਨਾਂ ਨੇ ਆਪ ਦਾ ਕੰਮ ਕੋਈ ਕਰਨਾ ਨਹੀਂ ਹੁੰਦਾ, ਇਹਨਾਂ ਨੇ ਇਹੀ ਕੁਝ ਕਰਨਾ ਹੈ। ਅੱਜ ਵੀ ਅਸੀਂ ਇਹਨਾਂ ਨੂੰ ਇੱਕੋ ਹੀ ਗੱਲ ਕਹਾਂਗੇ ਵੀ ਦੇਖੋ, ਅਸੀਂ ਨਾ ਤਾਂ ਤੁਹਾਡੀਆਂ ਧਮਕੀਆਂ ਤੋਂ ਡਰਦੇ ਹਾਂ, ਨਾ ਅਸੀਂ ਡਰਨ ਵਾਲੇ ਹਾਂ, ਤੇ ਤੁਸੀਂ ਜਿਹੜਾ ਇਹ ਮਾਹੌਲ ਖਰਾਬ ਕਰਦੇ ਹੋ, ਤੋਂ ਆਵਾਜ਼ ਆ ਜਾਓ। ਇਹ ਮਤਲਬ ਤੁਹਾਨੂੰ ਮਾਫ ਵੀ ਨਹੀਂ ਕੀਤਾ ਜਾਊਗਾ ਕਿ ਤੁਸੀਂ ਆ ਕੇ ਕੋਈ ਸ਼ਰਾਰਤ ਕਰੋਗੇ, ਇਹ ਵੀ ਨਹੀਂ ਕਰਨ ਦੇਣੀ ਅਸੀਂ। ਮੈਂ ਪਹਿਲਾਂ ਬੀਐਸਪੀ ਦੇ ਨਾਲ ਸੰਬੰਧ ਸੀਗਾ ਜੀ, ਬਹੁਜਨ ਸਮਾਜ ਪਾਰਟੀ ਦੇ ਨਾਲ, ਬਹੁਜਨ ਸਮਾਜ ਪਾਰਟੀ ਦੇ ਨਾਲ ਸੰਬੰਧ ਸੀਗਾ ਜੀ। ਔਰ ਮੈਂ ਹੁਣ ਬੀਜੇਪੀ ਜੁਆਇਨ ਕੀਤੀ ਆ। ਇਹਦਾ ਕਾਰਨ, ਇੱਕ ਮੇਜਰ ਕਾਰਨ ਰਿਹਾ ਜੀ ਵੀ ਸਾਡਾ ਜੁਆਇਨ ਕਰਨ ਦਾ। ਮੈਂ ਬੀਐਸਪੀ ਦੇ ਵਿੱਚੋਂ ਕੈਂਡੀਡੇਟ ਸੀਗਾ ਜੀ, ਮਹਿਲ ਕਲਾਂ ਹਲਕੇ ਦਾ। ਔਰ ਸਾਨੂੰ ਟਿਕਟ ਤੱਕ ਮਤਲਬ ਦੇਣ ਤੱਕ ਐਲਾਨ ਕਹਿੰਦੇ ਰਹੇ ਵੀ ਟਿਕਟ ਦੇਵਾਂਗੇ, ਠੀਕ ਹੈ ਜੀ। ਜਦੋਂ ਟਾਈਮ ਆਇਆ ਟਿਕਟ ਦੇਣ ਦਾ, ਤਾਂ ਚਮਕੌਰ ਸਿੰਘ ਵੀਰ ਜੀ ਨੂੰ ਟਿਕਟ ਇਹਨਾਂ ਨੇ ਦਿੱਤੀ। ਔਰ ਉਹ ਸੰਗਰੂਰ ਹਲਕੇ ਤੋਂ ਨੇ, ਠੀਕ ਹੈ ਜੀ। ਹੁਣ ਸਾਡੇ ਹਲਕੇ ਦਾ ਸਾਨੂੰ ਪਤਾ ਵੀ ਅਸੀਂ ਆਪਣੇ ਹਲਕੇ ਦੇ ਵਿੱਚ ਕੀ ਕਰਨਾ, ਕੀ ਕਰਾਇਆ, ਕੀ ਕਰਨ ਵਾਲਾ ਰਹਿੰਦਾ ਗਾ, ਠੀਕ ਹੈ ਜੀ। ਉਸ ਹਲਕੇ ਦਾ ਮਤਲਬ ਵੀ ਮੈਨੂੰ ਸਰਪੰਚਾਂ ਦੇ, ਮੈਂਬਰਾਂ ਦੇ, ਹੋਰ ਹਲਕੇ ਦੇ ਮੇਨ ਬੰਦਿਆਂ ਦੇ ਫੋਨ ਆਉਣ ਲੱਗ ਗਏ ਵੀ ਆਹ ਕੀ ਗੱਲ ਆ। ਫਿਰ ਅਸੀਂ ਇਹ ਇੱਕ ਬੈਠ ਕੇ ਮੀਟਿੰਗ ਕੀਤੀ ਵੀ ਕੀ ਕੀਤਾ ਹੁਣ ਕਰਨਾ ਚਾਹੀਦਾ, ਵੀ ਆਪਣੇ ਹਲਕੇ ਨੂੰ ਕਿਵੇਂ ਮਤਲਬ ਵੀ ਹੁਣ ਆਪਾਂ ਦੁਬਾਰੇ ਉਸ ਲਾਈਨ ਦੇ ਵਿੱਚ ਲਿਆ ਸਕਦੇ ਹਾਂ, ਵੀ ਕਿਵੇਂ ਆਪਣਾ ਸੁਧਾਰ ਹੋਊਗਾ। ਇਹ ਕਹਿੰਦੇ ਵੀ ਆਪਾਂ ਬੀਜੇਪੀ ਦੇ ਵਿੱਚ ਚੱਲੋ, ਸਾਰੇ ਬੀਜੇਪੀ ਦੇ ਵਿੱਚ ਚੱਲੋ। ਫਿਰ ਅਸੀਂ ਆਪਣੀ ਆਜ਼ਾਦ ਮਰਜ਼ੀ ਦੇ ਨਾਲ ਸਾਰੇ ਸਰਪੰਚਾਂ ਨੇ ਔਰ ਮੈਂਬਰਾਂ ਨੇ ਬੈਠ ਕੇ ਰਾਏ ਕੀਤੀ। ਇਸ ਚੇਅਰਮੈਨ ਸੀਗੇ, ਰਾਏ ਕੀਤੀ ਵੀ ਕਿਵੇਂ ਹੋਵੇ। ਫਿਰ ਸੈਂਟੀ ਜੀ ਨੂੰ ਮਿਲੇ ਅਸੀਂ ਆ ਕੇ, ਇਹਨਾਂ ਨਾਲ ਗੱਲਬਾਤ ਕੀਤੀ। ਗੱਲਬਾਤ ਕਰਨ ਤੋਂ ਬਾਅਦ ਅਸੀਂ ਜੁਆਇਨ ਕੀਤੀ ਜੀ ਇਹ। ਹਾਂਜੀ, ਫਿਰ ਚੋਣ ਲੜਾਂਗੇ ਜੀ। ਨਹੀਂ, ਹਲੇ ਕੋਈ ਗੱਲ ਨਹੀਂ ਹੋਈ ਜੀ। ਇਸ ਵਿਸ਼ੇ ਤੇ ਮੈਂ ਗੱਲ ਕਹਿਣੀ ਵੀ ਚਾਹੁੰਦਾ ਸੀਗਾ ਵੀ ਅਸੀਂ ਇਹੀ ਪਹਿਲਾਂ ਜਿੱਦੇ ਇਸ ਟੇਬਲ ਤੇ ਵੀ ਗੱਲ ਕੀਤੀ ਆ ਕੇ, ਔਰ ਗਾਹਾਂ ਚੰਡੀਗੜ੍ਹ ਜਦੋਂ ਗਏ ਅਸੀਂ ਉੱਥੇ ਵੀ ਇਹੀ ਗੱਲ ਪਹਿਲਾਂ ਰੱਖੀ ਆ ਵੀ ਸਾਨੂੰ ਫਿਰ ਅਸੀਂ ਜੁਆਇਨ ਕਰ ਲਈਏ। ਮੰਨ ਲਓ ਅਸੀਂ ਜੁਆਇਨ ਕਰ ਲੈਂਦੇ ਹਾਂ ਤਾਂ ਕੀ ਅਸੀਂ ਮਤਲਬ ਵੀ ਇਹ ਪੁੱਛ ਸਕਦੇ ਹਾਂ ਵੀ ਤੁਹਾਨੂੰ ਸਾਡੇ ਹੱਲ ਹੋਣਗੇ ਕਿਸਾਨਾਂ ਦੇ। ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਕਿਸਾਨਾਂ ਦੇ ਹੱਲ ਤਾਂ ਹਰ ਹਾਲਤ ਹੋਣੇ ਆ, ਠੀਕ ਹੈ। ਔਰ ਅਸੀਂ ਕਿਸਾਨਾਂ ਦੇ ਨਾਲ ਆ, ਔਰ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਹੱਲ ਤਾਂ ਹੋਣੇ ਆ ਜੀ। ਨਹੀਂ, ਹੱਲ ਤਾਂ ਹੋਊਗਾ ਜੀ, ਹੱਲ ਤਾਂ ਮਤਲਬ 100% ਆ। ਹੱਲ ਤੋਂ ਬਿਨਾਂ ਤੁਹਾਨੂੰ ਵੀ ਪਤਾ ਵੀ ਹੱਲ ਤੋਂ ਬਿਨਾਂ ਤਾਂ ਅੱਗੇ ਕਿਸਾਨ ਤੋਂ ਬਿਨਾਂ ਕੌਣ ਆ, ਠੀਕ ਹੈ ਜੀ। ਦੇਖੋ ਜੀ, ਕਿਸਾਨ ਦਾ ਤਾਂ ਹੱਕ ਬਣਦਾ ਜੇ ਕੋਈ ਉਹ ਕਰ ਸਕਦਾ ਜੀ, ਐਜੀਟੇਸ਼ਨ ਕੁਝ ਵੀ ਕਰ ਸਕਦਾ ਗਾ, ਹਨਾ, ਕਿਉਂਕਿ ਜੇ ਉਹਨੂੰ ਨਹੀਂ ਕੁਝ ਮਿਲਦਾ। ਔਰ ਜੇ ਗੁੰਡਾ ਅਨਸਰ ਆਪਾਂ ਕਹਿ ਦਈਏ ਵੀ ਉਹਦੇ ਵਿੱਚ ਬੜੇ ਵੇ ਆ, ਉਹਦਾ ਤਾਂ ਫਿਰ ਤੁਹਾਨੂੰ ਵੀ ਪਤਾ ਵੀ ਕੀ ਹੋਣਾ ਚਾਹੀਦਾ, ਹਨਾ। ਉਹਦਾ ਤਾਂ ਤੁਹਾਨੂੰ ਵੀ ਪਤਾ ਹੀ ਆ, ਮੈਨੂੰ ਵੀ ਦੱਸਣ ਦਾ ਤਾਂ ਕੋਈ ਉਹ ਨਹੀਂ ਹੈਗਾ। ਨਹੀਂ, ਪ੍ਰਚਾਰ ਮਾਹੌਲ ਠੀਕ ਹੀ ਹੋ ਜਾਣਾ ਗਾ, ਕਿਉਂਕਿ ਜਦੋਂ ਮਸਲਾ ਹੱਲ ਹੋ ਗਿਆ ਕਿਸਾਨਾਂ ਦਾ ਤਾਂ ਮਾਹੌਲ ਠੀਕ ਹੈ। ਵਿਰੋਧ ਕਾਹਦਾ ਗਾ? ਇਹੀ ਵਿਰੋਧ ਹੈਗਾ, ਹੋਰ ਤਾਂ ਕੋਈ ਵਿਰੋਧ ਨਹੀਂ ਗਾ ਮੋਦੀ ਜੀ ਦਾ। ਵਿਰੋਧ ਤਾਂ ਇਹੀ ਵਿਰੋਧ ਆ, ਕਾਨੂੰਨਾਂ ਦੇ ਵਿਰੋਧ ਆ ਜੀ। ਕੰਮ ਜੇ ਆਪਾਂ ਇਹਨਾਂ ਦੇ ਪੋਜ਼ੀਟਿਵ ਕੁਝ ਦੇਖ ਲਈਏ ਤਾਂ ਕੰਮ ਚੰਗੇ ਵੀ ਬਹੁਤ ਨੇ। ਕਰਤਾਰਪੁਰ ਦਾ ਕਾਂਗਾ ਦੇਖ ਲਓ ਤੁਸੀਂ, ਗੁਰੂ ਗ੍ਰੰਥ ਸਾਹਿਬ ਦੇਖ ਲਓ ਲੈ ਕੇ ਆਉਂਦੇ ਨੇ ਹੱਥ ਲਿਖਤ, ਠੀਕ ਹੈ ਜੀ। ਉਹ ਅੱਜ ਤੱਕ ਕਿਸੇ ਨੇ ਕਰਿਆ ਨਹੀਂ ਹੈਗਾ ਪੰਜਾਬੀਆਂ ਦੇ ਲਈ। ਕੋਈ ਕਰਿਆ ਵੀ ਮੱਛੀ ਅੱਗ ਦੇ ਵਿੱਚ ਗਿਆ? ਕੋਈ ਨਹੀਂ ਗਿਆ ਜੀ। 84 ਦੇ ਦੰਗਿਆਂ ਦਾ ਦੇਖ ਲਓ ਤੁਸੀਂ, ਬੰਦ ਪਈਆਂ ਫਾਈਲਾਂ ਨੂੰ ਖੋਲ ਕੇ ਉਹਨਾਂ ਨੂੰ ਸਜ਼ਾਵਾਂ ਦਵਾਈਆਂ। ਦੇਖੋ, ਭਾਜਪਾ ਕੰਮ ਕਰੂਗੀ ਆਪਣੇ ਲੈਵਲ ਤੇ, ਕੰਮ ਕਰਕੇ ਤਾਂ ਵੋਟ ਬੈਂਕ ਲਊਗੀ ਜੀ, ਵੋਟ ਬੈਂਕ ਬਣਾਊਗੀ। ਅਸੀਂ ਕੰਮ ਕਰਾਂਗੇ ਪਾਰਟੀ ਦੇ ਲਈ, ਮਤਲਬ ਦਿਨ ਰਾਤ ਇੱਕ ਕਰਾਂਗੇ, ਹਰ ਇੱਕ ਕੰਮ ਦੇ ਲਈ ਹਾਜ਼ਰ ਹੋਵਾਂਗੇ। ਦੇਖੋ, ਅਸੀਂ ਸਾਰੇ ਆਜ਼ਾਦ ਮੁਲਕ 'ਚ ਰਹਿੰਦੇ ਹਾਂ, ਕੋਈ ਵੀ ਆਦਮੀ ਕੋਈ ਪਾਰਟੀ ਜੁਆਇਨ ਕਰ ਸਕਦਾ ਹੈ। ਤਾਂ ਇਹਨਾਂ ਸਾਰੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਪ੍ਰਤੀ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਔਰ ਜਿਹੜਾ ਕੁਝ ਸਾਡੇ ਕੁਝ ਜਿਹੜੇ ਆਗੂ ਆਏ ਨੇ ਉਹਨਾਂ 'ਚੋਂ ਕੁਝ ਲੋਕਾਂ ਨਾਲ ਹੋ ਰਿਹਾ ਹੈ, ਮੈਂ ਸਮਝਦਾ ਵੀ ਇਹ ਜਿਹੜਾ ਕੋਈ ਆਮ ਸਾਡਾ ਪੰਜਾਬੀ ਹੈ ਜਾਂ ਕੋਈ ਸਾਡਾ ਕਿਸਾਨ ਭਰਾ ਹੈ, ਇਸ ਹੱਦ ਤੱਕ ਉਹ ਨਹੀਂ ਜਾ ਸਕਦਾ। ਕਿਉਂਕਿ ਹੁਣ ਚੰਨਨਾਲ ਵਾਲੀ ਗੱਲ ਲੈ ਲਓ, ਬੂਟਾ ਸਿੰਘ ਹੈ ਸਰਪੰਚ, ਇਹ ਆਪਦੀ ਮਰਜ਼ੀ ਨਾਲ, ਆਜ਼ਾਦ ਮਰਜ਼ੀ ਨਾਲ ਸ਼ਾਮਲ ਹੋਇਆ। ਹੁਣ ਇਹਦਾ ਇਹ ਕਹਿਣਾ ਹੈ ਸਰਪੰਚ ਸਾਹਿਬ ਦਾ ਕਿ ਮੈਂ ਐਸੀ ਭਾਈਚਾਰੇ ਨਾਲ ਸੰਬੰਧ ਰੱਖਦਾ, ਔਰ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਮੈਂ ਐਸੀ ਜਾਤ ਨਾਲ ਸੰਬੰਧ ਰੱਖਦਾ, ਭਾਈਚਾਰੇ ਨਾਲ ਸੰਬੰਧ ਰੱਖਦਾ, ਤਾਂ ਮੈਨੂੰ ਦੱਬਿਆ ਕੁਚਲਿਆ ਜਾ ਰਿਹਾ ਹੈ, ਮੈਂ ਤਕੜਾ ਨਹੀਂ ਹਾਂ ਜਾਂ ਮੈਂ ਪੈਸੇ ਵਾਲਾ ਨਹੀਂ ਹਾਂ। ਇਹਦਾ ਮਤਲਬ ਇਹ ਹੋ ਗਿਆ ਕਿ ਮੈਨੂੰ ਕੋਈ ਵੀ ਦੱਬ ਘੁੱਟ ਲਊਗਾ। ਇਸ ਕਰਕੇ ਜਿਹੜੇ ਇਹ ਲੋਕ ਨੇ ਨਿਰਸਵਾਰਥ ਸਾਡੇ ਨਾਲ ਸ਼ਾਮਲ ਹੋਏ ਨੇ,
ਔਰ ਕੋਈ ਵੀ ਆਦਮੀ ਕਿਸੇ ਪਾਰਟੀ 'ਚ ਸ਼ਾਮਲ ਹੋ ਸਕਦਾ, ਜਾ ਸਕਦਾ, ਸਭ ਦਾ ਆਪਦਾ ਅਧਿਕਾਰ ਹੈ। ਜਿਹੜੀ ਰਹੀ ਗੱਲ ਕਿਸਾਨਾਂ ਦੀ ਜਾਂ ਕਿਸਾਨੀ ਜਿਹੜੇ ਧਰਨਿਆਂ ਦੀ ਰਹੀ, ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ, ਅਸੀਂ ਪਾਰਟੀ 'ਚ ਬੈਠ ਕੇ 2-3 ਵਾਰੀ ਚਰਚਾ ਹੋ ਗਈ, ਚੰਡੀਗੜ੍ਹ ਤੱਕ, ਦਿੱਲੀ ਤੱਕ ਵੀ ਚਰਚਾ ਹੋ ਗਈ। ਕਿਸਾਨ ਭਰਾਵਾਂ ਦੇ ਸਾਰੇ ਮਸਲੇ ਹੱਲ ਕਰਨ ਨੂੰ ਪਾਰਟੀ ਤਿਆਰ ਹੈ। ਉਹ ਆਉਣ, ਖੁੱਲੇ ਮਨ ਨਾਲ ਬੈਠਣ, ਸਾਡੇ ਭਰਾ ਨੇ। ਅਸੀਂ ਤਾਂ ਚਾਹੁੰਦੇ ਹਾਂ ਵੀ ਕੋਈ ਵੀ ਪਾਰਟੀ ਕਿਸਾਨੀ ਬਿਨਾਂ ਨਹੀਂ ਚੱਲ ਸਕਦੀ। ਅਸੀਂ ਬਹੁਤ ਉੱਚਾ ਦਰਜਾ ਦਿੰਦੇ ਹਾਂ। ਜੇ ਉਸ ਪ੍ਰਮਾਤਮਾ, ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਾਅਦ, ਰੱਬ ਤੋਂ ਬਾਅਦ ਕੋਈ ਆਉਂਦਾ ਹੈ ਤਾਂ ਮੈਂ ਸਮਝਦਾ ਸਾਡਾ ਕਿਸਾਨ ਭਾਈਚਾਰਾ ਆਉਂਦਾ ਹੈ। ਉਹ ਆਉਣ, ਖੁੱਲੇ ਮਨ ਨਾਲ ਆਉਣ, ਬੈਠਣ, ਗੱਲ ਕਰਨ, ਹਰੇਕ ਮਸਲੇ ਦਾ ਹੱਲ ਹੋਊਗਾ। ਪਰ ਜਿੱਦ ਨਾਲ ਕਦੇ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਮਹੰਤ ਹਰਿੰਦਰ ਦਾਸ ਜੀ, ਚੰਦ ਸਿੰਘ ਮਾਨ ਬਹੁਜਨ ਸਮਾਜ ਪਾਰਟੀ ਤੋਂ ਆਏ ਨੇ, ਉੱਘੇ ਆਗੂ ਨੇ, ਸਰਪੰਚ ਸਾਹਿਬ ਵੀ ਬੈਠੇ ਨੇ, ਹੋਰ 3 ਪਿੰਡਾਂ ਦੇ ਸਰਪੰਚ ਸ਼ਾਮਲ ਹੋਏ ਨੇ, ਪੰਚਾਇਤ ਮੈਂਬਰ ਨੇ, ਤੇ ਹੋਰ ਕਈ ਪਾਰਟੀਆਂ ਦੇ, ਵੱਖ-ਵੱਖ ਪਾਰਟੀਆਂ ਦੇ ਉੱਘੇ ਆਗੂ ਤੇ ਵਰਕਰ ਸ਼ਾਮਲ ਹੋਏ ਨੇ। ਔਰ ਆਉਣ ਵਾਲੇ ਦਿਨਾਂ 'ਚ ਬਹੁਤ ਜਲਦੀ ਇਸ ਤੋਂ ਵੀ ਵੱਡੀ ਗਿਣਤੀ 'ਚ ਭਾਰਤੀ ਜਨਤਾ ਪਾਰਟੀ ਨੂੰ ਲੋਕ ਜੁਆਇਨ ਕਰ ਰਹੇ ਨੇ। ਔਰ ਦੇਖੋ, ਜੇ ਇਸ ਲੈਵਲ ਦਾ ਵਿਰੋਧ ਕੀਤਾ ਜਾਊਗਾ, ਹੁਣ ਸਰਪੰਚ ਸਾਹਿਬ ਦੀ ਬੱਚੀ ਹੈ, 9 ਸਾਲ ਦੀ ਹੈ, ਬਿਮਾਰ ਹੈ, ਇਹ ਦੱਸ ਰਹੇ ਨੇ ਕਿ ਉਹਨੂੰ ਦਵਾਈ ਨਹੀਂ ਦਿਵਾਉਣ ਦਿੱਤੀ ਜਾ ਰਹੀ, ਉਹਨੂੰ ਰੋਕਿਆ ਜਾ ਰਿਹਾ, ਰਾਸ਼ਨ ਪਾਣੀ ਨਹੀਂ ਦੇ ਰਹੇ, ਉਹਨੂੰ ਦੁਕਾਨਾਂ ਨੂੰ ਰੋਕਿਆ ਜਾ ਰਿਹਾ ਹੈ। ਇਹ ਤਾਂ ਕੋਈ ਗੱਲ ਨਾ ਬਈ। ਜੇ ਕੋਈ ਗੱਲ ਕਿਸੇ ਨੂੰ ਬੁਰੀ ਕਿਸੇ ਪ੍ਰਤੀ ਲੱਗਦੀ ਵੀ ਹੈ, ਆਪਾਂ ਬੈਠ ਕੇ ਗੱਲ ਕਰ ਸਕਦੇ ਹਾਂ, 4 ਬੰਦੇ, ਕਿਸੇ ਕੋਲ ਦੁੱਖ ਸੁੱਖ ਕਰ ਸਕਦੇ ਹਾਂ, ਕੋਈ ਬੁਰੀ ਲੱਗੀ ਉਹ ਗੱਲ ਕਰ ਸਕਦੇ ਹਾਂ। ਕਿਸੇ ਨੂੰ ਫਰਮਾਨ ਦੇਣਾ ਮੈਂ ਸਮਝਦਾ ਕੋਈ ਚੰਗੀ ਗੱਲ ਨਹੀਂ ਹੈ। ਔਰ ਇਹ ਗੱਲਾਂ ਜਿਹੜਾ ਹੈ, ਅੱਜ ਕੱਲ੍ਹ ਸਾਡਾ ਹਰੇਕ ਭਾਈਚਾਰਾ ਸਿਆਣਾ ਹੋ ਗਿਆ। ਔਰ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਗਿਣਤੀ 'ਚ ਭਾਜਪਾ ਦੇ ਲੋਕ ਬਰਨਾਲੇ ਜ਼ਿਲ੍ਹੇ ਤੋਂ ਸ਼ਾਮਲ ਹੋ ਰਹੇ ਨੇ। ਆਪਾਂ ਦੇਖਾਂਗੇ, ਮਤਲਬ ਪਾਰਟੀ ਆਉਣ ਵਾਲੇ ਦਿਨਾਂ 'ਚ ਬਹੁਤ ਅੱਗੇ ਜਾ ਰਹੀ ਹੈ। ਔਰ 2022 'ਚ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। ਉਹ ਜੀ ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਜਦੋਂ ਬੂਟਾ ਸਿੰਘ ਕਾਂਗਰਸ ਪਾਰਟੀ ਛੱਡ ਕੇ ਆਏ ਨੇ, ਇਹ ਦੱਸ ਰਹੇ ਨੇ ਕਿ 4 ਸਾਲ ਹੋ ਗਏ, 3 ਸਾਲ ਇਹਨਾਂ ਨੂੰ ਕੋਈ ਮਾਨ ਸਨਮਾਨ ਨਹੀਂ ਮਿਲਦਾ, ਕੋਈ ਸਰਪੰਚੀ ਵਾਲੀ ਰਿਸਪੈਕਟ ਨਹੀਂ ਮਿਲਦੀ, ਕੋਈ ਗੱਲ ਨਹੀਂ ਕੀਤੀ ਜਾਂਦੀ ਇਹਨਾਂ ਨਾਲ। ਤਾਂ ਬਿਲਕੁਲ ਹੈ ਵੀ ਕਾਂਗਰਸ ਪਾਰਟੀ ਵਾਲੀ ਗੱਲ ਤਾਂ ਹੋ ਹੀ ਸਕਦੀ ਹੈ, ਕਿਉਂਕਿ ਸਰਕਾਰ ਹੈ ਪੰਜਾਬ 'ਚ ਕਾਂਗਰਸ ਦੀ। 3 ਦਿਨ ਹੋ ਗਏ, ਅੱਜ 3 ਦਿਨਾਂ ਬਾਅਦ, ਚੌਥੇ ਦਿਨਾਂ ਬਾਅਦ ਇਹ ਆਪਦੇ ਘਰੋਂ ਬੜੀ ਮੁਸ਼ਕਿਲ ਨਾਲ ਆ ਪਾਏ ਨੇ। ਜਦੋਂ ਤੁਸੀਂ ਪੱਤਰਕਾਰਾਂ ਦੇ ਰੂਬਰੂ ਨਹੀਂ ਹੋ ਪਾ ਰਹੇ, ਤੁਸੀਂ ਮੀਡੀਆ ਦੇ ਸਾਹਮਣੇ ਨਹੀਂ ਆ ਸਕਦੇ, ਸਮਾਜ ਸਾਹਮਣੇ ਨਹੀਂ ਆ ਸਕਦੇ, ਤਾਂ ਕੋਈ ਵੀ ਬੰਦਾ ਆਪਦਾ ਪੱਖ ਕਿਵੇਂ ਰੱਖੂਗਾ। ਬਿਲਕੁਲ ਇਹ ਜਿਹੜੀ ਕਾਂਗਰਸ 'ਚ, ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ, ਇਹ ਉਹਦੀ ਮਿਲੀ ਭੁਗਤ ਹੈ, ਉਹਦੇ ਕਾਰਨ ਨਾਲ ਸਾਰਾ ਕੁਝ ਇਹ ਹੋ ਰਿਹਾ ਹੈ। ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ਨੇ, ਉਹ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਰਹੇ ਨੇ। ਔਰ ਹੌਲੀ ਹੌਲੀ ਕਰਕੇ ਮੈਨੂੰ ਲੱਗਦਾ ਵੀ ਭਾਰਤੀ ਜਨਤਾ ਪਾਰਟੀ ਦਾ ਹੀ ਨਾਂ ਹੋਣਾ, ਕਿਉਂਕਿ ਭਾਰਤੀ ਜਨਤਾ ਪਾਰਟੀ ਅਮਨ ਪਸੰਦ ਪਾਰਟੀ ਹੈ ਔਰ ਸ਼ਾਂਤੀ ਭਾਲਦੀ ਹੈ। ਸਮਾਜ ਨੂੰ ਔਰ ਸਾਡੇ ਪੰਜਾਬ ਨੂੰ ਇੱਕ ਸ਼ਾਂਤੀਪੂਰਵਕ ਜਿਹੜੀ ਹੈਗੀ ਹੈ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਸਕਦੀ ਹੈ। ਲੋਕ ਵੀ ਇਹੀ ਚਾਹੁੰਦੇ ਨੇ।